ਰਾਤ ਦੇ 1 ਵਜੇ ਦਾ ਸਮਾਂ ਸੀ। ਚੰਦ ਆਪਣੀ ਪੂਰੀ ਰੌਸ਼ਨੀ ਫੈਲਾ ਰਿਹਾ ਸੀ। ਉਸ ਦੀ ਰੌਸ਼ਨੀ ਵਿੱਚ ਹਰ ਚੀਜ਼ ਸਾਫ਼ ਵਿਖਾਈ ਦੇ ਰਹੀ ਸੀ ਅਤੇ ਉਹ ਆਪਣੇ ਜਾਣੇ-ਪਹਿਚਾਣੇ ਰਾਸਤੇ 'ਤੇ ਅੱਗੇ ਵਧ ਰਹੀ ਸੀ। ਉਹ ਬਹੁਤ ਚਕੰਨੀ ਸੀ। ਉਸ ਦੀਆਂ ਅੱਖਾਂ ਚੀਲ ਵਾਂਗ ਚਾਰੋਂ ਤਰਫ ਦੇਖ ਰਹੀਆਂ ਸੀ ਅਤੇ ਉਹ ਚੰਦ ਨੂੰ ਵੀ ਦੇਖਦੀ ਸੀ। ਚੰਦ ਦੀ ਰੌਸ਼ਨੀ ਉਸ ਦੇ ਰਸਤੇ ਵਿੱਚ ਰੁਕਾਵਟ ਸੀ। ਸੋਚ ਰਹੀ ਸੀ ਕੀ ਹੋ ਜਾਂਦਾ ਜੇਕਰ ਚੰਦ ਨਾ ਨਿਕਲਦਾ ਤਾਂ। ਉਸ ਦੇ ਚਿਹਰੇ ਦਾ ਰੰਗ ਉੱਡਿਆ ਪਿਆ ਸੀ। ਉਹ ਅੱਗੇ ਵਧਦੀ ਜਾ ਰਹੀ ਸੀ। ਫਿਰ ਇੱਕ ਜਗ੍ਹਾ ਉਹ ਡਰ ਕੇ ਰੁਕ ਗਈ। ਆਪਣੇ ਮੱਥੇ ਤੋਂ ਪਸੀਨਾ ਸਾਫ਼ ਕਰਨ ਲੱਗੀ। ਫਿਰ ਉਹ ਇੱਕ ਵੱਡੇ ਦਰਖਤ ਦੇ ਪਿੱਛੇ ਲੁਕ ਗਈ ਤੇ ਆਪਣਾ ਮੂੰਹ ਵੀ ਲੁਕਾ ਲਿਆ। ਵਿੱਚੋਂ ਉਹ ਮੂੰਹ ਬਾਹਰ ਕੱਢ ਕੇ ਦੇਖਦੀ ਸੀ। ਉਸ ਨੇ ਇਹ ਕਦਮ ਚੁੱਕ ਤਾਂ ਲਿਆ ਸੀ, ਪਰ ਉਹ ਇਸ ਦੇ ਅੰਜਾਮ ਤੋਂ ਬੇਖਬਰ ਸੀ। ਉਹਨੂੰ ਇਹ ਸੀ ਕਿ ਉਹ ਇੱਥੋਂ ਜਲਦੀ ਨਾਲ ਭੱਜ ਜਾਵੇਗੀ, ਪਰ ਉਹ ਇਸ ਦੇ ਅੰਜਾਮ ਤੋਂ ਬੇਖਬਰ ਸੀ। ਉਹਨੇ ਕਿਸੇ ਦੀ ਪਰਵਾਹ ਕੀਤੇ ਬਿਨਾਂ ਇਹ ਕਦਮ ਚੁੱਕ ਲਿਆ ਸੀ, ਪਰ ਉਸ ਦੀ ਇਹ ਸੋਚ ਉਸ 'ਤੇ ਭਾਰੀ ਪੈਣੀ ਸੀ। ਉਹ ਜ਼ਿਆਦਾ ਸਮਾਂ ਉੱਥੇ ਨਹੀਂ ਲੁਕ ਸਕਦੀ ਸੀ। ਉਸ ਨੂੰ ਪਤਾ ਚੱਲ ਗਿਆ ਸੀ ਕਿ ਉਹ ਬਹੁਤ ਵੱਡੀ ਮੁਸੀਬਤ ਵਿੱਚ ਫਸ ਗਈ ਹੈ। ਹੁਣ ਉਸ ਨੂੰ ਇੱਥੋਂ ਜਲਦੀ ਭੱਜਣਾ ਸੀ। ਇੱਥੋਂ ਬਾਹਰ ਜਾ ਕੇ ਕਿਤੇ ਸੁਰੱਖਿਅਤ ਥਾਂ 'ਤੇ ਜਾਣਾ ਸੀ। ਆਪਣੀ ਜਾਨ ਬਚਾਉਣ ਲਈ ਉਸ ਨੇ ਪਰਮਾਤਮਾ ਨੂੰ ਪ੍ਰਾਰਥਨਾ ਕੀਤੀ, ਪਰ ਪਰਮਾਤਮਾ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ। ਗੀਤਾ, ਉਹ ਗੀਤਾ, ਜਲਦੀ ਇੱਥੇ ਆ। ਕੀ ਤੂੰ ਸਾਰਾ ਦਿਨ ਕਮਰੇ ਵਿੱਚ ਪਈ ਰਹਿੰਦੀ ਹੈ? ਤੂੰ ਥੱਕਦੀ ਨਹੀਂ? ਬਾਹਰ ਆ ਕੇ ਮੇਰੇ ਨਾਲ ਕੰਮ ਵਿੱਚ ਹੱਥ ਵਟਾਇਆ ਕਰ, ਜਾਂ ਫਿਰ ਮੇਰੇ ਕੋਲੋਂ ਹੀ ਆ ਕੇ ਬਹਿ ਜਾਇਆ ਕਰ। ਕੁਝ ਤੇਰੇ ਦਿਮਾਗ ਵਿੱਚ ਵੀ ਪਵੇ। ਤੂੰ ਵਿਆਹ ਕਰਵਾ ਕੇ ਅਗਲੇ ਘਰ ਵੀ ਜਾਣਾ ਹੈ। ਮੇਰੀ ਨੱਕ ਨਾ ਕਟਵਾ ਦੀ। ਚੱਲ ਉੱਠ ਜਾ ਬੇਸ਼ਰਮ ਕੁੜੀਏ, ਇੰਨੇ ਤੇਰੇ ਕੰਮ ਨਹੀਂ ਕਰ ਦੇਣੇ। ਮੈਂ ਰੋਜ਼ ਦੀ ਤਰ੍ਹਾਂ ਆਪਣੇ ਕਮਰੇ ਵਿੱਚ ਮੋਬਾਈਲ ਨਾਲ ਲੱਗੀ ਸੀ, ਜਦੋਂ ਮਾਂ ਮੈਨੂੰ ਆਵਾਜ਼ ਦੇ ਰਹੀ ਸੀ ਤੇ ਮੇਰੇ ਸਿਰ 'ਤੇ ਖੜੀ ਹੋ ਗਈ ਤੇ ਕਹਿਣ ਲੱਗੀ ਕਿ ਮੈਂ ਇਸ ਦੇ ਵਿੱਚੋਂ ਜੋ ਤੇਰਾ ਦਿਲ ਨਹੀਂ ਲੱਗਦਾ। ਇਸ ਤੋਂ ਬਿਨਾਂ ਇਹ ਵੀ ਤੇਰੇ ਹੱਥ ਵਿੱਚ ਥੱਕ ਜਾਂਦਾ ਹੋਣਾ। ਸਾਰਾ ਦਿਨ ਇਸ ਨੂੰ ਹੱਥ ਵਿੱਚ ਫੜ ਕੇ ਸ਼ੀਸ਼ੇ ਅੱਗੇ ਖੜੀ ਰਹਿੰਦੀ ਹੈ। ਦੇਖ ਤੇਰਾ ਕੀ ਹਾਲ ਹੋ ਗਿਆ ਹੈ, ਸੁੱਕ ਕੇ ਡੰਡੇ ਵਰਗੀ ਹੋ ਗਈ ਹੈ। ਮੇਰੀ ਮਾਂ ਮੈਨੂੰ ਰੋਜ਼ ਲੈਕਚਰ ਦਿੰਦੀ ਸੀ। ਇਹ ਉਸ ਦਾ ਰੋਜ਼ ਦਾ ਕੰਮ ਸੀ, ਪਰ ਮੇਰਾ ਧਿਆਨ ਉਸ 'ਤੇ ਨਹੀਂ ਸੀ। ਮੇਰਾ ਧਿਆਨ ਆਪਣੇ ਮੋਬਾਈਲ 'ਤੇ ਸੀ ਕਿ ਇਸ ਨੂੰ ਆਫ ਕਰਕੇ ਲੁਕਾ ਦੇਵਾਂ। ਕਿਤੇ ਮਾਂ ਮੇਰੇ ਹੱਥੋਂ ਖੋਹ ਕੇ ਜੇ ਦੇਖ ਲਿਆ ਤਾਂ ਉਸ ਨੂੰ ਹਾਰਟ ਅਟੈਕ ਹੀ ਆ ਜਾਣਾ। ਮੈਂ ਉਸ ਨੂੰ ਧੱਕਾ ਨਹੀਂ ਲੱਗਦਾ ਤਾਂ ਮੇਰਾ ਗਲਾ ਘੋਟ ਹੀ ਦਿੰਦੀ। ਮੈਨੂੰ ਮੋਬਾਈਲ ਦਾ ਸਿਮ ਮੈਂ ਬੰਦ ਕਰ ਦਿੱਤਾ। ਮੇਰੀ ਮਾਂ ਨੂੰ ਚੁੱਪ ਕਰਵਾਉਣਾ ਜ਼ਰੂਰੀ ਸੀ। ਮੈਂ ਕਿਹਾ, ਤੁਸੀਂ ਚੱਲੋ ਮਾਂ, ਮੈਂ ਆਉਂਦੀ ਹਾਂ। ਮਾਂ ਨੂੰ ਕਿਹਾ ਕਿ ਮੈਂ ਜ਼ਿਆਦਾ ਮੋਬਾਈਲ ਕਿੱਥੇ ਚਲਾਉਂਦੀ ਹਾਂ, ਸਾਰਾ ਦਿਨ ਇੱਕ ਪਾਸੇ ਪਿਆ ਰਹਿੰਦਾ। ਪਰ ਮੇਰੀ ਤਾਂ ਕਿਸਮਤ ਹੀ ਖਰਾਬ ਹੈ। ਜਦੋਂ ਮੈਂ ਫ਼ੋਨ ਚੁੱਕਦੀ ਹਾਂ, ਤੁਸੀਂ ਉਸੇ ਵਕਤ ਆ ਜਾਂਦੇ ਹੋ। ਖੈਰ, ਮੈਂ ਆਉਂਦੀ ਹਾਂ ਬਾਹਰ, ਜੋ ਕਰਵਾਉਣਾ ਕਰਵਾ ਲਈ। ਮੈਂ ਬਾਥਰੂਮ ਚਲੀ ਗਈ। ਮੈਂ ਹੌਲੀ ਦੇਣੇ ਬਾਥਰੂਮ ਦਾ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਮਾਂ ਚਲੀ ਗਈ ਸੀ। ਪਰ ਜੇਕਰ ਮੈਂ ਬਾਹਰ ਨਾ ਜਾਂਦੀ ਤਾਂ ਮਾਂ ਨੇ ਅੰਦਰ ਆ ਕੇ ਮੇਰਾ ਫ਼ੋਨ ਤੋੜ ਦੇਣਾ ਸੀ। ਮੇਰੀ ਜਾਨ ਤਾਂ ਮੋਬਾਈਲ ਵਿੱਚ ਹੀ ਅਟਕੀ ਪਈ ਸੀ। ਮੈਂ ਬਾਹਰ ਆਈ, ਮਾਂ ਸਬਜ਼ੀ ਕੱਟ ਰਹੀ ਸੀ। ਮੈਂ ਬੈਠਣ ਲੱਗੀ ਤਾਂ ਬੋਲੀ, ਤੈਨੂੰ ਇੱਥੇ ਬੈਠਣ ਲਈ ਨਹੀਂ ਬੁਲਾਇਆ। ਰਸੋਈ ਵਿੱਚ ਭਾਂਡੇ ਪਏ ਨੇ, ਸਾਫ਼ ਕਰ। ਆਟਾ ਗੁੰਨ, ਮੈਂ ਰੋਟੀ ਬਣਾ ਦੇਵਾਂਗੀ। ਮੈਂ ਮੂੰਹ ਬਣਾ ਕੇ ਰਸੋਈ ਵਿੱਚ ਗਈ। ਮੇਰਾ ਮਨ ਸੀ ਕਿ ਸਬਜ਼ੀ ਕੱਟਦੇ ਹੋਏ ਮੈਂ ਟੀਵੀ ਦੇਖਾਂ, ਪਰ ਮਾਂ ਨੂੰ ਪਤਾ ਲੱਗ ਗਿਆ ਸੀ। ਮੈਂ ਭਾਂਡੇ ਸਾਫ਼ ਕੀਤੇ, ਆਟਾ ਗੁੰਨ ਦਿੱਤਾ। ਇੰਨੇ ਨੂੰ ਮਾਂ ਰਸੋਈ ਵਿੱਚ ਆ ਗਈ ਤੇ ਮੈਂ ਅੱਖ ਬਚਾ ਕੇ ਬਾਹਰ ਆ ਗਈ। ਬਾਕੀ ਕੰਮ ਮਾਂ ਨੇ ਆਪੇ ਹੀ ਕਰਨਾ ਸੀ। ਮੈਂ ਜਲਦੀ ਨਾਲ ਆਪਣੇ ਕਮਰੇ ਵਿੱਚ ਗਈ ਤੇ ਸਿਰਹਾਣੇ ਥੱਲੇ ਪਿਆ ਫ਼ੋਨ ਔਨ ਕਰ ਦਿੱਤਾ। ਬਹੁਤ ਸਾਰੀ ਨੋਟੀਫਿਕੇਸ਼ਨ ਆਈ। ਮੈਂ ਜਲਦੀ ਨਾਲ ਨੋਟੀਫਿਕੇਸ਼ਨ ਵੇਖਣ ਲੱਗੀ। ਮੇਰੇ ਚਿਹਰੇ 'ਤੇ ਖੁਸ਼ੀ ਦੀ ਲਹਿਰ ਜਾਗ ਗਈ। ਮੈਂ ਇੱਕ-ਇੱਕ ਨੋਟੀਫਿਕੇਸ਼ਨ ਚੈੱਕ ਕਰ ਰਹੀ ਸੀ। ਮੈਂ ਆਪਣੇ ਮੋਬਾਈਲ ਤੇ ਲੈਪਟਾਪ 'ਤੇ ਕੰਮ ਕਰ ਰਹੀ ਸੀ। ਫਿਰ ਮੈਨੂੰ ਇੱਕ ਫ਼ੋਨ ਆਇਆ। ਮੈਂ ਚੁੱਕਿਆ ਤੇ ਗੱਲ ਕੀਤੀ। ਫਿਰ ਮੈਂ ਫ਼ੋਨ ਸਾਈਡ 'ਤੇ ਰੱਖ ਦਿੱਤਾ। ਮੈਂ ਬਾਹਰ ਚਲੀ ਗਈ। ਮੈਨੂੰ ਭੁੱਖ ਲੱਗ ਰਹੀ ਸੀ। ਰਸੋਈ ਵਿੱਚ ਰੋਟੀ ਬਣੀ ਸੀ, ਪਰ ਮਾਂ ਨਹੀਂ ਸੀ। ਮੈਂ ਮਾਂ ਨੂੰ ਲੱਭਣ ਲੱਗੀ ਤਾਂ ਮਾਂ ਆਪਣੇ ਕਮਰੇ ਵਿੱਚ ਪੂਜਾ ਕਰ ਰਹੀ ਸੀ। ਕੋਲ ਬੈੱਡ 'ਤੇ ਪਾਪਾ ਦੀ ਫੋਟੋ ਪਈ ਸੀ। ਮੇਰੀ ਮਾਂ ਪਰਮਾਤਮਾ ਨੂੰ ਪ੍ਰਾਰਥਨਾ ਕਰ ਰਹੀ ਸੀ ਅਤੇ ਉਸ ਦੀ ਅੱਖਾਂ ਵਿੱਚੋਂ ਹੰਝੂ ਗਿਰ ਰਹੇ ਸਨ। ਪਤਾ ਨਹੀਂ ਮਾਂ ਇੰਨੇ ਹੰਝੂ ਕਿੱਥੋਂ ਲੈ ਕੇ ਆਉਂਦੀ ਸੀ ਇੱਕ ਮਰੇ ਇਨਸਾਨ ਨੂੰ ਰੋਣ ਲਈ। ਮੈਂ ਬੈੱਡ 'ਤੇ ਬੈਠ ਗਈ ਤੇ ਪਾਪਾ ਦੀ ਫੋਟੋ ਵੱਲ ਦੇਖਣ ਲੱਗੀ। ਮੇਰਾ ਨਾਂ ਕੋਮਲ ਹੈ। ਮੇਰੀ ਉਮਰ 25 ਸਾਲ ਹੈ। ਮੈਂ ਆਪਣੀ ਮਾਂ ਨਾਲ ਰਹਿੰਦੀ ਸੀ। ਮੇਰੇ ਪਿਓ ਦੀ ਮੌਤ ਮੇਰੇ ਜਨਮ ਤੋਂ 3 ਮਹੀਨੇ ਪਹਿਲਾਂ ਹੀ ਹੋ ਗਈ ਸੀ। ਮੈਂ ਅੱਜ ਤੱਕ ਆਪਣੇ ਪਿਓ ਨੂੰ ਫੋਟੋਆਂ ਵਿੱਚ ਹੀ ਦੇਖਿਆ ਸੀ। ਮਾਂ ਤੋਂ ਉਹਨਾਂ ਬਾਰੇ ਸੁਣਿਆ ਸੀ। ਸਾਡਾ ਘਰ ਬਹੁਤ ਹੀ ਸੋਹਣਾ ਤੇ ਵੱਡਾ ਸੀ।
ਸਾਰੇ ਘਰ ਦਾ ਖਰਚਾ ਮੇਰੇ ਪਿਓ ਦੀ ਪੈਨਸ਼ਨ ਨਾਲ ਹੀ ਹੁੰਦਾ ਸੀ। ਕੋਈ ਵੀ ਰਿਸ਼ਤੇਦਾਰ ਸਾਡੀ ਮਦਦ ਲਈ ਅੱਗੇ ਨਾ ਆਏ। ਮੇਰੇ ਪਿਓ ਨੂੰ 25 ਸਾਲ ਹੋ ਗਏ ਸਨ, ਪਰ ਮਾਂ ਇੱਦਾਂ ਰੋਂਦੀ ਸੀ ਕਿ ਜਿਵੇਂ ਅੱਜ ਹੀ ਗਏ ਹੋਣ। ਮੈਂ ਮੰਨਦੀ ਹਾਂ ਕਿ ਇਨਸਾਨ ਨੂੰ ਦੁੱਖ ਹੁੰਦਾ, ਪਰ ਆਪਾਂ ਉਸ ਨੂੰ ਹੱਸਦੇ ਹੋਏ ਵੀ ਯਾਦ ਕਰ ਸਕਦੇ ਹਾਂ। ਇਹ ਕਿ ਜਦੋਂ ਵੀ ਯਾਦ ਕਰੋ ਅੱਖਾਂ ਵਿੱਚ ਪਾਣੀ ਭਰ ਲਵੋ। ਮੈਂ ਆਪਣੀ ਪੜ੍ਹਾਈ ਕੀਤੀ, ਪਰ ਯੂਨੀਵਰਸਿਟੀ ਦੀ ਪੜ੍ਹਾਈ ਮੈਂ ਨਹੀਂ ਕੀਤੀ। ਮੇਰਾ ਦਿਲ ਨਹੀਂ ਸੀ। ਮੇਰੀ ਮਾਂ ਮੇਰੇ 'ਤੇ ਬਹੁਤ ਪਾਬੰਦੀਆਂ ਲਾਉਂਦੀ ਸੀ। ਮੈਨੂੰ ਬਾਹਰ ਨਾ ਜਾਣ ਦੇਣਾ, ਕਿਸੇ ਨਾਲ ਗੱਲ ਨਾ ਕਰਨ ਦੇਣੀ। ਮੇਰੀ ਕੋਈ ਸਹੇਲੀ ਨਹੀਂ ਸੀ। ਜੇਕਰ ਕੋਈ ਬਣ ਜਾਂਦੀ ਤਾਂ ਮਾਂ ਦੀਆਂ ਝਿੜਕਾਂ ਨਾਲ ਪਾਸੇ ਹੋ ਜਾਂਦੀ ਸੀ। ਮਾਂ ਮੈਨੂੰ ਕਾਲਜ ਆਪ ਛੱਡਣ ਜਾਂਦੀ ਤੇ ਲੈਣ ਜਾਂਦੀ। ਸਭ ਮੇਰਾ ਮਜ਼ਾਕ ਕਰਦੇ। ਪਹਿਲਾਂ ਬਚਪਨ, ਹੁਣ ਜਵਾਨੀ ਮੇਰੀ ਇੱਦਾਂ ਹੀ ਨਿਕਲੀ ਸੀ। ਮਾਂ ਤੋਂ ਤੰਗ ਆ ਕੇ 2 ਸਾਲ ਪਹਿਲਾਂ ਮੈਂ ਮੋਬਾਈਲ ਫੋਨ ਦੀ ਮੰਗ ਕੀਤੀ, ਪਰ ਮਾਂ ਨੇ ਮਨਾ ਕਰ ਦਿੱਤਾ। ਮੈਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਮਾਂ ਨੇ ਮੈਨੂੰ ਫੋਨ ਲੈ ਦਿੱਤਾ। ਹੁਣ ਮੇਰਾ ਇਕੱਲਾਪਨ ਦੂਰ ਹੋ ਗਿਆ ਸੀ। ਸਾਰਾ ਦਿਨ ਮੈਂ ਮੋਬਾਈਲ ਵਿੱਚ ਲੱਗੀ ਰਹਿੰਦੀ ਸੀ। ਮੇਰੀ ਮਾਂ ਨੂੰ ਮੇਰੇ ਬਾਰੇ ਕੁਝ ਪਤਾ ਨਹੀਂ ਸੀ। ਉਹ ਮੇਰੇ 'ਤੇ ਬਹੁਤ ਯਕੀਨ ਕਰਦੀ ਸੀ, ਪਰ ਮੈਂ ਉਸ ਦਾ ਵਿਸ਼ਵਾਸ ਤੋੜਨ ਵਾਲੀ ਸੀ। ਮਾਂ ਪੂਜਾ ਕਰਕੇ ਮੇਰੇ ਕੋਲ ਆਈ ਤੇ ਮੈਨੂੰ ਖਿਆਲਾਂ ਵਿੱਚ ਖੋਈ ਦੇਖ ਕੇ ਕਹਿਣ ਲੱਗੀ, ਮੈਨੂੰ ਲੱਗਦਾ ਮੇਰੀ ਧੀ ਨੇ ਸਾਰਾ ਖਾਣਾ ਖਿਆਲਾਂ ਵਿੱਚ ਹੀ ਬਣਾ ਦੇਣਾ। ਮਾਂ ਮੈਨੂੰ ਸ਼ਰਮਿੰਦਾ ਕਰਨਾ ਚਾਹੁੰਦੀ ਸੀ, ਪਰ ਮੈਂ ਕਿੱਥੇ ਸ਼ਰਮਿੰਦਾ ਹੋਣ ਵਾਲੀ ਸੀ। ਮੈਂ ਮਾਂ ਦੀ ਗੱਲ 'ਤੇ ਹਲਕਾ ਜਿਹਾ ਮੁਸਕਰਾਈ। ਕਮਰੇ ਤੋਂ ਬਾਹਰ ਆ ਕੇ ਰੋਟੀ ਖਾ ਕੇ ਕੁਝ ਦੇਰ ਗੱਲਾਂ ਕੀਤੀਆਂ। ਫਿਰ ਮੈਂ ਚਾਹ ਬਣਾਈ। ਮੈਂ ਤੇ ਮਾਂ ਨੇ ਚਾਹ ਪੀਤੀ। ਫਿਰ ਅਸੀਂ ਆਪਣੇ ਕਮਰੇ ਵਿੱਚ ਸੌਣ ਚਲੇ ਗਏ। ਮੇਰੀ ਮਾਂ ਸੌਂ ਗਈ ਸੀ, ਪਰ ਮੈਨੂੰ ਨੀਂਦ ਕਿੱਥੇ ਸੀ। ਮੈਂ ਤਾਂ ਮਾਂ ਦੇ ਸੌਣ ਦੀ ਉਡੀਕ ਕਰ ਰਹੀ ਸੀ। ਫਿਰ ਮੈਂ ਫੋਨ ਚੁੱਕਿਆ ਤੇ ਸੌਰਵ ਨੂੰ ਮਿਲਾਇਆ। ਉਹ ਮੇਰਾ ਹੀ ਇੰਤਜ਼ਾਰ ਕਰ ਰਿਹਾ ਸੀ। ਮੈਂ ਉਸ ਨੂੰ ਕਿਹਾ ਕਿ ਮਾਂ ਸੌਂ ਗਈ ਹੈ, ਰਾਸਤਾ ਸਾਫ਼ ਹੈ, ਤੇ ਘਰ ਆਉਣ ਨੂੰ ਕਿਹਾ, ਅਤੇ ਫਿਰ ਮੈਂ ਦਰਵਾਜ਼ਾ ਖੋਲ੍ਹ ਕੇ ਉਸ ਦਾ ਇੰਤਜ਼ਾਰ ਕਰਨ ਲੱਗੀ। ਉਹ ਕੰਧ ਟੱਪ ਕੇ ਅੰਦਰ ਆਇਆ ਤੇ ਮੈਂ ਉਸ ਨੂੰ ਆਪਣੇ ਪਿੱਛੇ ਆਉਣ ਦਾ ਇਸ਼ਾਰਾ ਕੀਤਾ। ਮੇਰੇ ਪਿੱਛੇ ਉਹ ਮੇਰੇ ਕਮਰੇ ਵਿੱਚ ਆਇਆ ਤੇ ਮੈਂ ਬਹੁਤ ਖੁਸ਼ ਸੀ। ਮੈਂ ਉਸ ਨੂੰ ਬੈਠਣ ਲਈ ਕਿਹਾ। ਮੈਨੂੰ ਉਸ ਦਾ ਸਾਥ ਬਹੁਤ ਵਧੀਆ ਲੱਗਦਾ ਸੀ। ਉਹ ਪੂਰੇ 3 ਵੱਜ ਗਏ। ਮੈਂ ਆਪਣੇ ਕਮਰੇ ਵਿੱਚ ਆ ਕੇ ਫੋਨ ਚਲਾਉਣ ਲੱਗੀ। ਮੇਰਾ ਦਿਮਾਗ ਬਹੁਤ ਤੇਜ਼ ਚੱਲ ਰਿਹਾ ਸੀ। ਮੈਂ ਇਸ ਕੈਦ ਵਿੱਚੋਂ ਜਲਦੀ ਆਜ਼ਾਦ ਹੋਣਾ ਚਾਹੁੰਦੀ ਸੀ, ਜਿੱਥੇ ਮੇਰੀ ਮਾਂ ਮੇਰੇ 'ਤੇ ਕੋਈ ਪਾਬੰਦੀ ਨਾ ਲਾਵੇ। ਅਗਲੇ ਕੁਝ ਦਿਨ ਮੈਂ ਫੋਨ ਨਹੀਂ ਚਲਾਇਆ ਅਤੇ ਮਾਂ ਦੀ ਹਰ ਗੱਲ ਮੰਨੀ। ਘਰ ਦਾ ਸਾਰਾ ਕੰਮ ਕੀਤਾ। ਮਾਂ ਹੈਰਾਨ ਸੀ ਕਿ ਇਸ ਨੂੰ ਕੀ ਹੋ ਗਿਆ। ਫਿਰ ਸੋਚਿਆ ਕਿ ਪਤਾ ਉਮਰ ਦੇ ਨਾਲ ਇਸ ਨੂੰ ਅਕਲ ਆ ਗਈ ਹੋਵੇ। ਅੱਜ ਸਵੇਰੇ ਮੈਂ ਸਾਰਾ ਘਰ ਸਾਫ਼ ਕਰਕੇ ਚਮਕਾ ਦਿੱਤਾ ਸੀ। ਫਿਰ ਅਚਾਨਕ ਫੋਨ ਦੀ ਘੰਟੀ ਵੱਜੀ। ਮੈਂ ਭੱਜ ਕੇ ਜਾਣ ਲੱਗੀ ਤਾਂ ਮਾਂ ਨੇ ਫੋਨ ਚੁੱਕਿਆ। ਮੈਂ ਆਪਣੀ ਥਾਂ ਉੱਤੇ ਇੱਕ ਚੰਗੀ ਧੀ ਬਣ ਕੇ ਬਹਿ ਗਈ। ਮੇਰੀ ਮਾਂ ਨੇ ਥੋੜ੍ਹੀ ਗੱਲ ਕੀਤੀ। ਉਹ ਮੇਰੇ ਸਾਹਮਣੇ ਜ਼ਿਆਦਾ ਗੱਲ ਨਹੀਂ ਕਰਨਾ ਚਾਹੁੰਦੀ ਸੀ। ਮਾਂ ਮੇਰੇ ਕੋਲ ਆਈ ਤੇ ਮੈਂ ਪੁੱਛਿਆ ਕਿ ਕੌਣ ਸੀ, ਤਾਂ ਮਾਂ ਨੇ ਕਿਹਾ, ਤੇਰੀ ਰੀਨਾ ਮਾਸੀ ਸ਼ਾਮ ਨੂੰ ਕਿਸੇ ਨੂੰ ਲੈ ਕੇ ਆ ਰਹੀ ਹੈ, ਤੂੰ ਤਿਆਰ ਹੋ ਜਾਵੀਂ। ਰੀਨਾ ਮਾਸੀ ਰਿਸ਼ਤੇ ਕਰਵਾਉਣ ਵਾਲੀ ਸੀ। ਉਹ ਮੇਰੇ ਹੀ ਪਲਾਨ ਦਾ ਇੱਕ ਹਿੱਸਾ ਸੀ। ਮੇਰੇ ਅੰਦਰ ਖੁਸ਼ੀ ਦੇ ਲੱਡੂ ਫੁੱਟ ਰਹੇ ਸਨ। ਮੈਂ ਸਿਰ ਹਿਲਾ ਦਿੱਤਾ ਤਾਂ ਜੋ ਮਾਂ ਨੂੰ ਸ਼ੱਕ ਨਾ ਹੋ ਜਾਵੇ। ਮੈਂ ਇੰਤਜ਼ਾਰ ਕਰ ਰਹੀ ਸੀ ਕਿ ਕਦੋਂ ਸ਼ਾਮ ਹੋਵੇ। ਮੇਰਾ ਇੰਤਜ਼ਾਰ ਖਤਮ ਹੋ ਗਿਆ ਸੀ। ਸਾਡੇ ਘਰ 2 ਔਰਤਾਂ ਤੇ 2 ਆਦਮੀ ਆਏ ਸਨ। ਔਰਤਾਂ ਮਾਂ ਦੀ ਉਮਰ ਦੀਆਂ ਸੀ ਤੇ ਇੱਕ ਮਰਦ ਬੁੱਢਾ ਸੀ ਤੇ ਇੱਕ ਮੇਰੀ ਉਮਰ ਦਾ ਸੀ। ਮੈਂ ਕਮਰੇ ਵਿੱਚੋਂ ਦੇਖ ਰਹੀ ਸੀ। ਮਾਂ ਨੇ ਮੈਨੂੰ ਹਾਲੇ ਬਾਹਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਮਾਂ ਉਹਨਾਂ ਨੂੰ ਡਰਾਇੰਗ ਰੂਮ ਵਿੱਚ ਲੈ ਕੇ ਗਈ ਤੇ ਮੈਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ ਕਿ ਕਦੋਂ ਮਾਂ ਮੈਨੂੰ ਬੁਲਾਵੇ। ਮੇਰੇ ਤੋਂ ਇੰਤਜ਼ਾਰ ਨਹੀਂ ਹੋ ਰਿਹਾ ਸੀ। ਮੈਨੂੰ ਇਹ ਸੀ ਕਿ ਮੈਂ ਚਾਹ ਪਾਣੀ ਉਹਨਾਂ ਨੂੰ ਦੇਵਾਂ, ਪਰ ਮਾਂ ਨੇ ਕੰਮ ਵਾਲੀ ਨੂੰ ਬੁਲਾ ਲਿਆ ਸੀ। ਮੈਨੂੰ ਮੇਰੀ ਮਾਂ ਦੀ ਆਦਤ ਦਾ ਪਤਾ ਸੀ। ਮੈਨੂੰ ਡਰ ਸੀ ਕਿ ਮਾਂ ਕਿਤੇ ਉਹਨਾਂ ਤੋਂ ਕੁਝ ਉਲਟਾ ਸਿੱਧਾ ਨਾ ਪੁੱਛ ਲਵੇ, ਕਿਤੇ ਉਸ ਦੇ ਮਾਂ-ਪਿਓ ਗੁੱਸਾ ਕਰਨ ਅਤੇ ਰਿਸ਼ਤੇ ਲਈ ਨਾ ਕਰ ਦੇਣ। ਪਰ ਨਹੀਂ, ਮੈਂ ਤਾਂ ਰੋਹਿਤ ਨਾਲ ਵਿਆਹ ਕਰਵਾਉਣਾ ਹੀ ਸੀ। ਮੈਂ ਉਸ ਨੂੰ ਪਹਿਲੀ ਵਾਰੀ ਇੱਕ ਵਿਆਹ ਵਿੱਚ ਮਿਲੀ ਸੀ। ਉੱਥੇ ਹੀ ਮਾਂ ਤੋਂ ਚੋਰੀ ਉਸ ਦਾ ਨੰਬਰ ਲੈ ਲਿਆ ਸੀ। ਉਹ ਵੀ ਉੱਥੇ ਆਪਣੇ ਭਰਾ ਨਾਲ ਆਇਆ ਸੀ। ਫਿਰ ਅਸੀਂ ਇੱਕ ਦੂਜੇ ਨਾਲ ਗੱਲ ਕਰਨ ਲੱਗ ਪਏ ਅਤੇ ਫੈਸਲਾ ਕੀਤਾ ਕਿ ਅਸੀਂ ਵਿਆਹ ਕਰਵਾਉਣਾ। ਮੈਂ ਹੀ ਉਸ ਦੀ ਮਾਂ ਨੂੰ ਕਿਹਾ ਸੀ ਕਿ ਰੀਨਾ ਮਾਸੀ ਨੂੰ ਮਿਲੇ ਅਤੇ ਕੁੜੀ ਦੇਖਣ ਦੀ ਗੱਲ ਕਰੇ। ਸਾਰਾ ਕੁਝ ਮੇਰੇ ਪਲਾਨ ਦੇ ਅਨੁਸਾਰ ਹੀ ਹੋ ਰਿਹਾ ਸੀ। ਅਸੀਂ ਹੁਣ ਹੋਰ ਲੇਟ ਨਹੀਂ ਕਰ ਸਕਦੇ ਸੀ। ਮੈਨੂੰ ਹੁਣ ਇਹ ਡਰ ਸੀ ਕਿ ਕਿਤੇ ਮੇਰੀ ਮਾਂ ਕੋਈ ਗੜਬੜ ਨਾ ਕਰ ਦੇਵੇ। ਮੇਰੇ ਤੋਂ ਸਬਰ ਨਹੀਂ ਹੋ ਰਿਹਾ ਸੀ। ਇੰਨੇ ਨੂੰ ਦਰਵਾਜ਼ਾ ਖੁੱਲ੍ਹਿਆ ਤੇ ਉਹ ਅੰਦਰ ਆ ਗਿਆ।
ਮੈਂ ਫਟੀ ਨਜ਼ਰ ਨਾਲ ਉਸ ਨੂੰ ਦੇਖ ਰਹੀ ਸੀ ਕਿ ਕਿਤੇ ਰੋਹਿਤ ਦੇ ਘਰ ਦੇ ਇਸ ਨੂੰ ਨਾ ਦੇਖ ਲੈਣ। ਬਹੁਤ ਵੱਡੀ ਗੜਬੜ ਹੋ ਜਾਣੀ ਆ। ਜੇਕਰ ਮੇਰੀ ਮਾਂ ਨੇ ਦੇਖ ਲਿਆ ਤਾਂ ਦੋਨੋਂ ਪਾਸੋਂ ਮੈਂ ਫਸ ਜਾਣਾ ਸੀ। ਉਸ ਦੇ ਕਦਮ ਮੇਰੇ ਵੱਲ ਵਧੇ। ਉਸ ਨੇ ਕੁੰਡੀ ਲਾਈ ਤੇ ਕਿਹਾ, ਕੀ ਕਰ ਰਹੀ ਹੈ? ਮੈਂ ਸ਼ੁਕਰ ਕੀਤਾ ਕਿ ਉਸ ਨੂੰ ਕੁਝ ਪਤਾ ਨਹੀਂ ਸੀ ਲੱਗਾ। ਮੈਂ ਉਸ ਨੂੰ ਕੁਝ ਕਹਿੰਦੀ, ਉਸ ਨੇ ਮੇਰੇ ਮੂੰਹ ਤੇ ਬੇਚੈਨੀ ਦੇਖ ਲਈ ਸੀ। ਉਸ ਨੇ ਕਿਹਾ, ਫੋਨ ਔਨ ਕਰ। ਮੈਂ ਕਿਹਾ, ਠੀਕ ਹੈ। ਉਹ ਚਲਾ ਗਿਆ ਤੇ ਮੈਨੂੰ ਸਾਹ ਆਇਆ। ਫਿਰ ਮੈਂ ਆਪਣੇ ਫੋਨ ਨੂੰ ਔਨ ਕੀਤਾ, ਫਿਰ ਕਿਤੇ ਉਹ ਫਿਰ ਨਾ ਆ ਜਾਵੇ। ਮੈਂ ਦੇਖਿਆ ਉਸਨੇ ਬਹੁਤ ਮੈਸੇਜ ਕੀਤੇ ਸੀ, ਬਹੁਤ ਕਾਲ ਕੀਤੀਆਂ ਸੀ। ਮੈਂ ਉਸ ਨੂੰ ਮੈਸੇਜ ਕੀਤਾ ਕਿ ਮੈਂ ਬਾਅਦ ਵਿੱਚ ਫੋਨ ਕਰਦੀ ਹਾਂ। ਉਸ ਦੇ ਆਉਣ ਨਾਲ ਮੈਂ ਪਸੀਨੇ ਪਸੀਨੇ ਹੋ ਗਈ ਸੀ। ਫਿਰ ਰਸੋਈ ਵਿੱਚ ਗਈ ਜਿੱਥੇ ਉਹ ਕੰਮ ਵਾਲੀ ਕੰਮ ਕਰ ਰਹੀ ਸੀ। ਉਹ ਖਾਣ ਦਾ ਸਮਾਨ ਲੈ ਗਈ ਸੀ ਤੇ ਹੁਣ ਗੈਸ 'ਤੇ ਚਾਹ ਸੀ। ਮੈਂ ਟਰੇ ਚੁੱਕੀ, ਕੱਪ ਵਿੱਚ ਰੱਖੇ ਤੇ ਚਾਹ ਪਾਉਣ ਲੱਗੀ। ਇੰਨੇ ਨੂੰ ਕੰਮ ਵਾਲੀ ਆਈ ਤੇ ਕਿਹਾ ਕਿ ਮੈਨੂੰ ਮਾਂ ਬੁਲਾ ਰਹੀ ਹੈ। ਅੱਜ ਸਾਰਾ ਕੁਝ ਮੈਂ ਆਪ ਬਣਾਇਆ ਸੀ। ਮਾਂ ਬਹੁਤ ਹੈਰਾਨ ਸੀ। ਖੈਰ, ਮੈਨੂੰ ਉਸ ਦੇ ਬੁਲਾਉਣ ਦੀ ਹੀ ਉਡੀਕ ਸੀ। ਮੈਂ ਚਾਹ ਦੀ ਟਰੇ ਲੈ ਕੇ ਡਰਾਇੰਗ ਰੂਮ ਵਿੱਚ ਗਈ ਤੇ ਸਭ ਨੂੰ ਨਮਸਤੇ ਕੀਤੀ। ਟਰੇ ਟੇਬਲ 'ਤੇ ਰੱਖ ਕੇ ਮਾਂ ਕੋਲ ਬਹਿ ਗਈ। ਫਿਰ ਕੰਮ ਵਾਲੀ ਨੇ ਆ ਕੇ ਸਭ ਨੂੰ ਚਾਹ ਦਿੱਤੀ। ਮਾਂ ਨੇ ਮੈਨੂੰ ਇਸ਼ਾਰਾ ਕੀਤਾ। ਫਿਰ ਮੈਂ ਚਾਹ ਰੋਹਿਤ ਦੇ ਪਾਪਾ ਤੇ ਰੋਹਿਤ ਨੂੰ ਦਿੱਤੀ। ਫਿਰ ਮੈਂ ਉਸ ਵੱਲ ਮੁੜੀ ਜੋ ਕਿ ਰੋਹਿਤ ਦਾ ਭਰਾ ਸੀ, ਜੋ ਉਸ ਨਾਲ ਵਿਆਹ ਵਿੱਚ ਆਇਆ ਸੀ। ਮੈਂ ਉਸ ਨੂੰ ਦੇਖ ਕੇ ਮੁਸਕਰਾਈ। ਫਿਰ ਰੋਹਿਤ ਦੀ ਭੂਆ ਨੇ ਮੈਨੂੰ ਇਸ਼ਾਰਾ ਕੀਤਾ ਕਿ ਮੇਰੇ ਕੋਲ ਆ ਕੇ ਬਹਿ। ਮੈਂ ਮਾਂ ਵੱਲ ਦੇਖਿਆ ਤੇ ਉਹਨਾਂ ਕੋਲ ਬਹਿ ਗਈ। ਫਿਰ ਉਹਨਾਂ ਕਿਹਾ ਕਿ ਸਾਨੂੰ ਤਾਂ ਕੁੜੀ ਪਸੰਦ ਹੈ, ਤੁਸੀਂ ਸਾਨੂੰ ਹਾਂ ਜਾਂ ਨਾ ਵੀ ਜਵਾਬ ਦਿਓ। ਮੇਰੀ ਮਾਂ ਮੇਰੇ ਵੱਲ ਦੇਖ ਰਹੀ ਸੀ। ਮੇਰੀ ਮਾਂ ਨੇ ਕਿਹਾ ਕਿ ਮੇਰੀਆਂ ਕੁਝ ਸ਼ਰਤਾਂ ਨੇ, ਜੇਕਰ ਤੁਹਾਨੂੰ ਮਨਜ਼ੂਰ ਹੈ ਤਾਂ ਮੇਰੀ ਹਾਂ ਹੈ। ਮੈਨੂੰ ਤਾਂ ਖਤਰੇ ਦੀ ਘੰਟੀ ਵੱਜਣ ਲੱਗੀ ਸੀ। ਪਹਿਲੀਆਂ ਦੋ ਸ਼ਰਤਾਂ ਤਾਂ ਆਮ ਸੀ, ਜੋ ਕਿ ਹਰ ਬਿਨਾਂ ਪਿਓ ਦੀ ਧੀ ਲਈ ਹੁੰਦੀ ਹੈ, ਗਹਿਣੇ, ਜ਼ਮੀਨ ਵਗੈਰਾ। ਮੈਂ ਸੋਚਿਆ ਤੀਜੀ ਵੀ ਇੱਦਾਂ ਦੀ ਹੀ ਹੋਣੀ ਹੈ, ਪਰ ਜੋ ਮਾਂ ਨੇ ਕਿਹਾ ਮੈਨੂੰ ਬੜਾ ਅਜੀਬ ਲੱਗਾ। ਮੇਰੀ ਮਾਂ ਮੇਰੇ ਨਾਲ ਇੱਦਾਂ ਕਿੱਦਾਂ ਕਰ ਸਕਦੀ ਸੀ? ਉਸ ਨੇ ਮੇਰੇ ਸੁਪਨੇ ਵੀ ਨਹੀਂ ਦੇਖੇ। ਮੈਂ ਕੁਝ ਬੋਲਦੀ। ਮੇਰੇ ਸਹੁਰੇ ਨੇ ਕਿਹਾ, ਸਾਨੂੰ ਮਨਜ਼ੂਰ ਹੈ। ਇੰਨੇ ਨੂੰ ਮੇਰਾ ਦਿਓਰ ਉੱਚੀ ਉੱਚੀ ਹੱਸਣ ਲੱਗ ਪਿਆ, ਜਿਵੇਂ ਕੋਈ ਪਾਗਲ ਹੋਵੇ। ਰੋਹਿਤ ਉਸ ਨੂੰ ਚੁੱਕ ਕੇ ਬਾਹਰ ਨਿਕਲ ਗਿਆ ਅਤੇ ਉਸ ਦੀ ਮਾਂ ਮੇਰੀ ਮਾਂ ਨੂੰ ਕਹਿਣ ਲੱਗੀ ਕਿ ਮਾਫ਼ ਕਰਨਾ, ਮੇਰੇ ਪੁੱਤ ਨੂੰ ਪਾਗਲਪਨ ਦੇ ਦੌਰੇ ਪੈਂਦੇ ਨੇ। ਹੁਣ ਹਸਪਤਾਲ ਲੈ ਕੇ ਜਾਵਾਂਗੇ ਤਾਂ ਠੀਕ ਹੋ ਜਾਊਗਾ। ਮੈਂ ਉਦਾਸ ਸੀ। ਕੁਝ ਦਿਨਾਂ ਬਾਅਦ ਸਾਡੇ ਵਿਆਹ ਦੀ ਤਰੀਕ ਪੱਕੀ ਹੋ ਗਈ ਸੀ। ਵਕਤ ਗੁਜ਼ਰਦਾ ਗਿਆ। ਅੱਜ ਮੇਰੇ ਵਿਆਹ ਦਾ ਦਿਨ ਸੀ। ਉਹ ਇੱਕ ਪਿੰਡ ਦੇ ਸੀ। ਮੇਰੀ ਮਾਂ ਨੇ ਤੀਸਰੀ ਸ਼ਰਤ ਇਹ ਰੱਖੀ ਸੀ ਕਿ ਵਿਆਹ ਤੋਂ ਬਾਅਦ ਅਸੀਂ ਸ਼ਹਿਰ ਵਿੱਚ ਰਹਿਣਾ ਹੈ, ਜਦੋਂ ਕਿ ਰੋਹਿਤ ਤਾਂ ਪਹਿਲਾਂ ਹੀ ਕੰਮ ਕਰਕੇ ਸ਼ਹਿਰ ਵਿੱਚ ਰਹਿੰਦਾ ਸੀ। ਮੇਰੀ ਵਿਦਾਈ ਹੋਈ ਤੇ ਮੇਰੇ ਸਹੁਰੇ ਸਾਨੂੰ ਸ਼ਹਿਰ ਵਾਲੇ ਘਰ ਵਿੱਚ ਛੱਡ ਕੇ ਵਾਪਸ ਪਿੰਡ ਚਲੇ ਗਏ ਸਨ। ਮੇਰੀ ਸ਼ਾਦੀशुदा ਜ਼ਿੰਦਗੀ ਵਧੀਆ ਲੰਘ ਰਹੀ ਸੀ। ਰੋਹਿਤ ਸ਼ਾਮ ਨੂੰ ਘਰ ਆਉਂਦਾ ਸੀ। ਮੈਂ ਪੂਰੀ ਤਰ੍ਹਾਂ ਆਜ਼ਾਦ ਸੀ। ਮੈਂ ਕਦੀ ਪਿੰਡ ਵਿੱਚ ਨਹੀਂ ਗਈ ਸੀ। ਮੇਰਾ ਦਿਲ ਸੀ ਕਿ ਪਿੰਡ ਜਾਵਾਂ, ਪਰ ਰੋਹਿਤ ਨਾਲ ਗੱਲ ਕਰਨ ਦਾ ਸਮਾਂ ਨਹੀਂ ਮਿਲਿਆ ਸੀ। ਫਿਰ ਇੱਕ ਦਿਨ ਰੋਹਿਤ ਦੀ ਨਾਈਟ ਡਿਊਟੀ ਸੀ। ਉਸ ਦੇ ਜਾਂਦੇ ਹੀ ਮੈਂ ਪਿੰਡ ਲਈ ਨਿਕਲ ਪਈ, ਕਿਉਂਕਿ 2 ਘੰਟੇ ਦਾ ਸਫ਼ਰ ਸੀ। ਮੈਨੂੰ ਇਹ ਸੀ ਕਿ ਮੈਂ ਰਾਤੋਂ ਰਾਤ ਹੀ ਵਾਪਸ ਆ ਜਾਣਾ। ਮੈਂ ਪਿੰਡ ਘੁੰਮ ਲਿਆ ਸੀ, ਪਰ ਵਾਪਸ ਆਉਣ ਸਮੇਂ ਮੈਂ ਫਸ ਗਈ ਸੀ। ਇੰਨੇ ਨੂੰ ਮੇਰਾ ਇੱਕ ਦੋਸਤ ਆ ਗਿਆ ਤੇ ਆਪਣੀ ਕਾਰ ਵਿੱਚ ਮੈਨੂੰ ਬਿਠਾ ਕੇ ਤੇਜ਼ੀ ਨਾਲ ਪਿੰਡ ਤੋਂ ਬਾਹਰ ਨਿਕਲਿਆ। ਜੋ ਮੈਂ ਕੱਪੜੇ ਪਾਏ ਸੀ, ਉਸ ਨਾਲ ਮੇਰੀ ਮੌਤ ਪੱਕੀ ਸੀ। ਉਸ ਨੇ ਮੈਨੂੰ ਗੁੱਸੇ ਵਿੱਚ ਕਿਹਾ ਕਿ ਤੂੰ ਸੁਧਰ ਜਾ, ਨਹੀਂ ਮੈਂ ਤੇਰੀ ਮਾਂ ਨੂੰ ਸਭ ਦੱਸ ਦੇਣਾ। ਮੈਂ ਚੁੱਪ ਰਹੀ, ਕਿਉਂਕਿ ਉਸ ਸਮੇਂ ਚੁੱਪ ਰਹਿਣਾ ਹੀ ਵਧੀਆ ਸੀ। ਉਸ ਤੋਂ ਬਾਅਦ ਮੈਂ ਅਜਿਹਾ ਕੁਝ ਨਹੀਂ ਕੀਤਾ। ਫਿਰ ਇੱਕ ਦਿਨ ਮੈਨੂੰ ਰੋਹਿਤ ਪਿੰਡ ਲੈ ਕੇ ਗਿਆ। ਮੈਂ ਬਹੁਤ ਖੁਸ਼ ਸੀ। ਮੈਂ ਕਿਹਾ ਕਿ ਆਪਾਂ ਸਰਪ੍ਰਾਈਜ਼ ਦਿੰਦੇ ਹਾਂ, ਪਰ ਉਸਨੇ ਪਹਿਲਾਂ ਹੀ ਫੋਨ ਕਰ ਦਿੱਤਾ। ਅਸੀਂ 8 ਦਿਨ ਪਿੰਡ ਵਿੱਚ ਰਹਿਣਾ ਸੀ। ਪਹਿਲੇ 2 ਦਿਨ ਸਾਡੀ ਬਹੁਤ ਸੇਵਾ ਹੋਈ। ਸਾਡਾ ਸਵਾਗਤ ਕੀਤਾ ਗਿਆ। ਜਦੋਂ 3 ਦਿਨ ਹੋ ਗਏ, ਰਾਤ ਨੂੰ ਮੇਰੀ ਅਚਾਨਕ ਅੱਖ ਖੁੱਲ੍ਹੀ ਤਾਂ ਮੇਰਾ ਘਰ ਵਾਲਾ ਮੇਰੇ ਕੋਲ ਨਹੀਂ ਸੀ। ਮੈਨੂੰ ਅਚਾਨਕ ਚੀਕ ਦੀ ਆਵਾਜ਼ ਸੁਣੀ। ਮੈਂ ਖਿੜਕੀ ਵਿੱਚੋਂ ਦੇਖਿਆ ਤਾਂ ਮੇਰਾ ਦਿਓਰ ਮੇਰੇ ਘਰ ਵਾਲੇ ਨੂੰ ਖਿੱਚ ਕੇ ਲੈ ਕੇ ਜਾ ਰਿਹਾ ਸੀ। ਫਿਰ ਉਸਨੇ ਮੇਰੇ ਘਰ ਵਾਲੇ ਨੂੰ ਖੂਹ ਵਿੱਚ ਧੱਕਾ ਮਾਰ ਦਿੱਤਾ ਤੇ ਆਪ ਵੀ ਨਾਲ ਛਾਲ ਮਾਰ ਦਿੱਤੀ। ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਮੇਰੀ ਆਵਾਜ਼ ਸੁਣ ਕੇ ਮੇਰੇ ਸੱਸ ਸਹੁਰਾ ਆ ਗਏ, ਪਰ ਉਹਨਾਂ ਨੇ ਮੇਰੀ ਗੱਲ ਨੂੰ ਇੰਨੇ ਧਿਆਨ ਨਾਲ ਨਾ ਅਤੇ ਕਹਿਣ ਲੱਗੇ ਕਿ ਇਸ ਖੂਹ ਵਿੱਚ ਜੋ ਨਹਾਉਂਦਾ ਹੈ ਉਸ ਨੂੰ ਕੋਈ ਬਿਮਾਰੀ ਨਹੀਂ ਲੱਗਦੀ। ਮੈਂ ਹੈਰਾਨ ਸੀ ਕਿ ਉਹ ਕੀ ਗੱਲਾਂ ਕਰਦੇ ਨੇ। ਕੋਈ ਗੱਲ ਨਹੀਂ, ਆ ਜਾਣਗੇ। ਮੈਂ ਉਹਨਾਂ ਦੀਆਂ ਹਰਕਤਾਂ ਮੈਨੂੰ ਕੁਝ ਅਜੀਬ ਲੱਗ ਰਹੀਆਂ ਸਨ। ਫਿਰ ਮੇਰਾ ਘਰ ਵਾਲਾ ਅਗਲੇ ਦਿਨ ਵਾਪਸ ਆ ਗਿਆ।
ਮੈਂ ਉਸ ਤੋਂ ਪੁੱਛਿਆ ਤਾਂ ਉਸਨੇ ਕੁਝ ਨਾ ਕਿਹਾ। ਕੁਝ ਦਿਨ ਬੀਤ ਗਏ, ਅਸੀਂ ਵਾਪਸ ਆਉਣਾ ਸੀ। ਉਸ ਦਿਨ ਮੈਂ ਸੋਚਿਆ ਕਿ ਕਿਉਂ ਨਾ ਮੈਂ ਵੀ ਖੂਹ ਵਿੱਚ ਨਹਾ ਲਵਾਂ, ਮੈਨੂੰ ਵੀ ਕੋਈ ਬਿਮਾਰੀ ਨਹੀਂ ਲੱਗੂਗੀ। ਮੈਂ ਜਿੱਦਾਂ ਹੀ ਖੂਹ ਵਿੱਚ ਉਤਰੀ, ਮੈਂ ਹੈਰਾਨ ਸੀ, ਖੂਹ ਵਿੱਚ ਪਾਣੀ ਬਹੁਤ ਘੱਟ ਸੀ, ਮਸਾਂ ਹੀ ਗੋਡਿਆਂ ਤੱਕ ਸੀ। ਮੈਂ ਚਾਰੇ ਪਾਸੇ ਵੇਖਿਆ, ਉੱਥੇ ਇੱਕ ਦਰਵਾਜ਼ਾ ਸੀ, ਵਿੱਚ ਜਵਾਨ ਮੁੰਡੇ ਕੁੜੀਆਂ ਨਸ਼ੇ ਦੀ ਹਾਲਤ ਵਿੱਚ ਸੀ। ਮੈਂ ਆਪਣੇ ਸਾਥੀ ਨੂੰ ਫੋਨ ਕੀਤਾ ਤੇ ਲੋਕੇਸ਼ਨ ਸੈਂਡ ਕੀਤੀ। ਉੱਥੇ ਪੁਲਿਸ ਪਹੁੰਚ ਗਈ। ਉਹਨਾਂ ਨੇ ਸਭ ਨੂੰ ਰਿਹਾ ਕਰ ਦਿੱਤਾ ਅਤੇ ਮੇਰੇ ਸੱਸ ਸਹੁਰੇ ਤੇ ਦਿਓਰ ਨੂੰ ਅਰੈਸਟ ਕਰ ਲਿਆ। ਇਹ ਸਭ ਮਾਸਟਰਮਾਈਂਡ ਮੇਰੇ ਦਿਓਰ ਦਾ ਹੀ ਸੀ। ਮੇਰੇ ਘਰ ਵਾਲੇ ਨੂੰ ਨਹੀਂ ਪਤਾ ਸੀ, ਕਿਉਂਕਿ ਉਹ ਪਿੰਡ ਕਦੇ-ਕਦੇ ਹਫ਼ਤੇ ਵਿੱਚ ਜਾਂਦਾ ਸੀ। ਮੈਂ ਇਸ ਗਰੋਹ ਨੂੰ 4 ਸਾਲਾਂ ਤੋਂ ਪਿੱਛਾ ਕਰ ਰਹੀ ਸੀ। ਮੇਰੇ ਸੀਨੀਅਰ ਅਫਸਰ ਮੈਨੂੰ ਗੁੱਸੇ ਹੋਏ ਕਿ ਇੱਦਾਂ ਰਿਸਕ ਮੈਂ ਕਿਉਂ ਲਿਆ, ਪਰ ਉਹ ਮੇਰੇ ਪਾਪਾ ਦੇ ਦੋਸਤ ਸੀ, ਇਸ ਲਈ ਮੈਂ ਮਾਂ ਤੋਂ ਚੋਰੀ ਇਹ ਨੌਕਰੀ ਜੁਆਇਨ ਕਰ ਲਈ ਸੀ। ਮੈਂ ਆਪਣੇ ਘਰ ਵਾਲੇ ਨਾਲ ਜਦੋਂ ਮਾਂ ਕੋਲ ਆਈ ਤਾਂ ਮਾਂ ਨੇ ਮੇਰੇ ਮੂੰਹ 'ਤੇ ਜ਼ੋਰ ਦੀ ਥੱਪੜ ਮਾਰਿਆ। ਮੇਰੇ ਆਫੀਸਰ ਘਰ ਆਏ ਤੇ ਮਾਂ ਨੂੰ ਕਹਿਣ ਲੱਗੇ ਕਿ ਭੈਣੇ ਹੁਣ ਰਹਿਣ ਵੀ ਦੇਵੋ, ਜੇਕਰ ਕੋਈ ਦੇਖੂਗਾ ਕਿ ਇੰਸਪੈਕਟਰ ਪਾਇਲ ਦੀ ਕੀ ਹਾਲਤ ਹੈ ਤੇ ਕੀ ਬਣੂਗਾ। ਇਹ ਗੱਲ ਸੁਣ ਕੇ ਸਾਰੇ ਜ਼ੋਰ ਦੀ ਹੱਸਣ ਲੱਗੇ। ਹਾਂਜੀ ਦੋਸਤੋ, ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਣੀ। ਜੇਕਰ ਕਹਾਣੀ ਚੰਗੀ ਲੱਗੇ ਤਾਂ ਪਲੀਜ਼ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ। ਚੈਨਲ ਤੇ ਪਹਿਲੀ ਵਾਰੀ ਆਏ ਹੋ, ਸਬਸਕ੍ਰਾਈਬ ਜ਼ਰੂਰ ਕਰੋ। ਪੰਜਾਬੀ ਵਿਰਸਾ ਕਹਾਣੀਆਂ ਨੂੰ ਸਪੋਰਟ ਕਰੋ। ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ। ਆਪਾਂ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਨਾਲ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।